अच्छा नैक्सट तुहाडा टॉपिक जिहड़ा सैक्शन सी दा सिर्फ पेंडिंग है दैट इज़ सिस्टम क्वालिटी एश्योरेंस। ये ज़्यादा डिटेल च नहीं है, तुहानूं सिर्फ इहदी इंट्रोडक्शन जी टाइप है तो मैं वो तुहानूं दस दिना भी की हुंदा है सिस्टम क्वालिटी एश्योरेंस। ठीक है, मेनली जो तुसीं सिस्टम बिल्ड कर लैंदे हो उस तो बाद तुसीं उहदी क्वालिटी मेजर करदे हो। ठीक है, क्वालिटी मैं तुहानूं पहला सिंपल समझा देना। जो तुसीं सुनिया होना ISO सर्टिफाइड, ठीक है, सो इंडियन स्टैंडर्ड ऑर्गेनाइजेशन शायद इसदी फॉर्म है इंटरनेशनल स्टैंडर्ड ऑर्गेनाइजेशन शायद। तो ये की हुंदा सिर्फ ये सर्टिफाई करदे भी तुहाडी क्वालिटी ओके है जो तुसीं समान बनाया। ठीक है, बट हुण जिहड़ी क्वालिटी हुंदी है वो ना हरेक ने अपनी अपनी मेजरमेंट रखी है, हरेक ने अपने अपने पैरामीटर्स रखे है। हर सॉफ्टवेयर डिवेलपर दे या हर तुहाडे क्लाइंट दे जिन्हें तुहाडे कोल सॉफ्टवेयर बनाया हरेक दा अलग अलग हो सकदा भी उन्हें क्वालिटी किहनूं कंसीडर करना या किहनूं नहीं करना। मतलब उहदे पैरामीटर्स हरेक दे डिफरेंट डिफरेंट हो सकदे। ठीक है, सो क्वालिटी एश्योरेंस इज़ एक्चुअली ए रिव्यू ऑफ, ठीक है, इहनूं आपां कहने रिव्यू मतलब तुसीं दोबारा मतलब दोबारा व्यू दोबारा देख रहे हो, रिव्यू ऑफ सॉफ्टवेयर प्रोडक्ट्स। ਜਿਹੜਾ ਤੁਸੀਂ ਸੌਫਟਵੇਅਰ ਬਣਾਇਆ ਉਹਨੂੰ ਤੁਸੀਂ ਦੁਬਾਰਾ ਦੇਖ ਰਹੇ ਹੋ, ਉਹਦੇ ਰਿਲੇਟਡ ਡਾਕੂਮੈਂਟਸ ਦੇਖਦੇ ਹੋ। ਡਾਕੂਮੈਂਟੇਸ਼ਨ ਦੇ ਅਕੋਰਡਿੰਗ ਜੋ ਤੁਸੀਂ ਕਿਹਾ ਹੋਊਗਾ ਵੀ ਮਤਲਬ ਜੋ ਡਾਕੂਮੈਂਟੇਸ਼ਨ ਯਾਨੀ ਕਿ SRS ਜੋ ਆਪਾਂ ਕਹਿੰਦੇ ਸੀ ਜਾਂ ਰਿਕੁਆਇਰਮੈਂਟਸ ਜੋ ਤੁਸੀਂ ਲਿਖਿਆ ਹੋਊਗਾ ਉਹਦੇ ਅਕੋਰਡਿੰਗਲੀ ਜੋ ਤੁਹਾਡਾ ਸੌਫਟਵੇਅਰ ਹੈ ਉਹ ਕਰੈਕਟ ਹੈ, ਕੰਪਲੀਟ ਹੈ, ਰਿਲਾਇਬਲ ਹੈ, ਮੇਨਟੇਨੇਬਿਲਿਟੀ ਹੈ। ਮਤਲਬ ਤੁਸੀਂ ਆਹ ਸਾਰੇ ਫੀਚਰਸ ਉਹਦੇ ਚੈੱਕ ਕਰਦੇ ਹੋ। ਠੀਕ ਹੈ, ਸੋ ਇਹਦੇ ਵਿੱਚ ਤੁਸੀਂ ਮਤਲਬ ਪਹਿਲਾਂ ਤਾਂ ਤੁਹਾਡਾ ਮੁੱਦਾ ਇਹ ਸੀਗਾ ਵੀ ਜਿਹੜੀਆਂ ਅਸੀਂ ਸਪੈਸੀਫਿਕੇਸ਼ਨ ਜੋ ਸਾਡੀ ਜ਼ਰੂਰਤਾਂ ਉਹ ਪੂਰੀਆਂ ਹੋਈਆਂ ਜਾਂ ਨਹੀਂ ਹੋਈਆਂ। ਮਤਲਬ ਤੁਸੀਂ ਜੋ ਸਪੈਸੀਫਿਕੇਸ਼ਨਸ ਦਿੱਤੀਆਂ ਉਹਦੇ ਅਕੋਰਡਿੰਗ ਤੁਹਾਡਾ ਸੌਫਟਵੇਅਰ ਬਣਿਆ ਜਾਂ ਨਹੀਂ ਬਣਿਆ। ਪਹਿਲੇ ਤੁਹਾਡੀ ਰਿਕੁਆਇਰਮੈਂਟ ਇੰਨੀ ਸੀ। ਨੈਕਸਟ ਤੁਸੀਂ ਹੁਣ ਕੀ ਟਰਾਈ ਕਰ ਰਹੇ ਹੋ, ਤੁਸੀਂ ਉਹਦੀ ਕੁਆਲਿਟੀ ਚੈੱਕ ਕਰਦੇ ਹੋ ਕਿ ਜੋ ਤੁਹਾਨੂੰ ਸੋਲਿਊਸ਼ਨ ਦਿੱਤਾ ਗਿਆ ਇਸ ਤੋਂ ਵੀ ਬੈਟਰ ਪ੍ਰੋਵਾਈਡ ਕੀਤਾ ਜਾ ਸਕਦਾ ਜਾਂ ਕੁਛ ਪੈਰਾਮੀਟਰਸ ਦੇ ਅਕੋਰਡਿੰਗਲੀ ਤੁਸੀਂ ਉਹਦੀ ਕੁਆਲਿਟੀ ਚੈੱਕ ਕਰਦੇ ਹੋ। ਤੁਸੀਂ ਉਹਦੀ ਪਰਫੋਰਮੈਂਸ ਵੀ ਕਹਿ ਸਕਦੇ ਹੋ, ਤੁਸੀਂ ਉਹਦੀ ਪਰਫੋਰਮੈਂਸ ਚੈੱਕ ਕਰਦੇ ਹੋ ਕਿ ਸੋਲਿਊਸ਼ਨ ਤਾਂ ਤੁਹਾਨੂੰ ਮਿਲ ਗਿਆ ਪਰ ਕੀ ਉਹ ਸਹੀ ਸੋਲਿਊਸ਼ਨ ਹੈ ਜਾਂ ਕਹਿ ਲਓ ਕਿ ਉਹਦਾ ਕੁਛ ਹੋਰ ਬੈਟਰ ਹੋ ਸਕਦਾ ਸੀ ਜਾਂ ਤੁਹਾਡੇ ਅਕੋਰਡਿੰਗ ਵੀ ਕੱਲ੍ਹ ਨੂੰ ਅਗਰ ਆਪਾਂ ਇਹਨੂੰ ਚੇਂਜ ਕਰਾਉਣਾ ਚਾਹੁੰਦੇ ਹਾਂ ਕਿ ਚੇਂਜ ਹੋ ਸਕਦਾ ਜਾਂ ਨਹੀਂ। ਸੋ ਇੱਦਾਂ ਦੇ ਕੁਛ ਫੈਕਟਰਸ ਹੁੰਦੇ ਜਾਂ ਪੈਰਾਮੀਟਰਸ ਹੁੰਦੇ ਆ, ਉਹ ਹਰੇਕ ਦੇ ਅਲੱਗ ਅਲੱਗ ਹੈ। ਇਹ ਹੁਣ ਤੁਸੀਂ ਦੇਖਣਾ ਵੀ ਤੁਸੀਂ ਕਿਹੜੇ ਕਿਹੜੇ ਫੈਕਟਰਸ ਨੂੰ ਇਨਕਲੂਡ ਕਰਦੇ ਹੋ। ਠੀਕ ਹੈ, ਮੈਂ ਸਿਰਫ ਫੈਕਟਰਸ ਦੇ ਤੁਹਾਨੂੰ ਨਾਮ ਔਰ ਉਹਨਾਂ ਦਾ ਮੀਨਿੰਗ ਕੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ। ਜੇ ਸਭ ਤੋਂ ਪਹਿਲਾਂ ਦੱਸਿਆ ਉਹਨੇ ਰਿਲਾਇਬਿਲਿਟੀ। ਹੁਣ ਰਿਲਾਇਬਿਲਿਟੀ ਦਾ ਸਿੰਪਲ ਮਤਲਬ ਕੀ ਹੈ ਕਿ ਸਿਸਟਮ ਵਿਦਇਨ ਟਾਈਮ ਪੀਰੀਅਡ, ਮਤਲਬ ਅੱਜ ਸਿਸਟਮ ਤੁਹਾਡਾ ਠੀਕ ਕੰਮ ਕਰ ਰਿਹਾ, ਕੀ ਅੱਜ ਤੋਂ 2 ਸਾਲ ਬਾਅਦ ਵੀ ਉਹ ਠੀਕ ਕੰਮ ਕਰੇਗਾ, ਉਹਨੂੰ ਆਪਾਂ ਕਹਿੰਦੇ ਰਿਲਾਇਬਿਲਿਟੀ। ਦੈਨ ਦਾ ਕਰੈਕਟਨੈਸ, ਮਤਲਬ ਜੋ ਉਹ ਕੰਮ ਕਰ ਰਿਹਾ ਕੀ ਉਹ ਸਹੀ ਢੰਗ ਨਾਲ ਕਰ ਰਿਹਾ, ਠੀਕ ਕਰ ਰਿਹਾ। ਠੀਕ ਹੈ, ਮਤਲਬ ਜੋ ਤੁਹਾਡੇ ਗੋਲ ਸੀਗੇ, ਜੋ ਤੁਹਾਡੇ ਰਿਕੁਆਇਰਮੈਂਟ ਸੀਗੀਆਂ ਕੀ ਉਹ ਸਹੀ ਹੋ ਰਹੀਆਂ, ਉਹਨੂੰ ਕਹਿੰਦੇ ਕਰੈਕਟ। ਠੀਕ ਹੈ, ਉਸ ਤੋਂ ਬਾਅਦ ਯੂਜ਼ੇਬਿਲਿਟੀ, ਮਤਲਬ ਤੁਹਾਨੂੰ ਉਹਨੂੰ ਯੂਜ਼ ਕਰਨ 'ਚ ਕਿੰਨਾ ਜ਼ੋਰ ਲੱਗਦਾ, ਮਤਲਬ ਤੁਹਾਨੂੰ ਉਹਨੂੰ ਸਿੱਖਣ 'ਚ। ਠੀਕ ਹੈ, ਔਰ ਉਸ ਤੋਂ ਬਾਅਦ ਆਪਰੇਟਿੰਗ ਆਪਣੇ ਸਿਸਟਮ ਨੂੰ ਚਲਾਉਣ 'ਚ ਕਿੰਨਾ ਟਾਈਮ ਲੱਗਦਾ। ਠੀਕ ਹੈ, ਐਫੀਸ਼ੀਐਂਸੀ ਹੋ ਜਾਂਦਾ ਵੀ ਕੰਪਿਊਟਰ ਦੇ ਰਿਸੋਰਸਿਸ ਨੂੰ ਕਿੰਨੇ ਵਧੀਆ ਢੰਗ ਨਾਲ ਉਹ ਯੂਜ਼ ਕਰ ਰਿਹਾ। ਐਫੀਸ਼ੀਐਂਸੀ ਹੁੰਦਾ ਜਾਂ ਯੂਟੀਲਾਈਜ਼ ਵੀ ਆਪਾਂ ਵਰਡ ਯੂਜ਼ ਕਰ ਰਹੇ ਹਾਂ। ਇੱਕ ਹੁੰਦਾ ਬੰਦੇ ਨੂੰ ਯੂਜ਼ ਕਰਨਾ, ਇੱਕ ਹੁੰਦਾ ਚੰਗੀ ਤਰ੍ਹਾਂ ਯੂਜ਼ ਕਰਨਾ, ਮਤਲਬ ਉਹਨੂੰ ਬੈਸਟ ਉਹਦਾ ਯੂਜ਼ ਕਰਨਾ, ਉਹਨੂੰ ਕਹਿੰਦੇ ਆਪਾਂ ਐਫੀਸ਼ੀਐਂਸੀ। ਠੀਕ ਹੈ, ਕੰਪਿਊਟਰ ਦੇ ਰਿਸੋਰਸਿਸ ਨੂੰ ਕਿੰਨਾ ਯੂਜ਼ ਕਰਦਾ, ਐਫੀਸ਼ੀਐਂਟਲੀ ਯੂਜ਼ ਕਰ ਰਿਹਾ ਜਾਂ ਨਹੀਂ ਕਰ ਰਿਹਾ। ਠੀਕ ਹੈ, ਮਤਲਬ ਤੁਸੀਂ ਕਹਿ ਲਓ ਵੀ ਆਪਾਂ i5 ਲਵਾ ਲਿਆ ਪਰ ਉਹਦਾ ਜਿਹੜਾ ਸਰ ਸਕਦਾ ਸੀ ਉਹ i3 'ਤੇ ਵੀ ਸਰ ਸਕਦਾ ਸੀ। ਇਹਦਾ ਮਤਲਬ ਤੁਸੀਂ i5 ਨੂੰ ਐਫੀਸ਼ੀਐਂਟਲੀ ਯੂਜ਼ ਨਹੀਂ ਕੀਤਾ, ਤੁਸੀਂ ਉਹਨੂੰ ਵੇਸਟ ਕਰਤਾ। ਉਸ ਤੋਂ ਟੈਸਟੇਬਿਲਿਟੀ, ਇਹਦਾ ਇੱਕ ਅਲੱਗ ਫੈਕਟਰ ਹੋ ਸਕਦਾ। ਟੈਸਟੇਬਿਲਿਟੀ ਮਤਲਬ ਕਿ ਆਪਾਂ ਨੂੰ ਪ੍ਰੋਗਰਾਮ ਨੂੰ ਟੈਸਟ ਕਰਨ ਲਈ ਕਿੰਨੇ ਐਫਰਟਸ ਕਰਨੇ ਪੈਣਗੇ, ਕਿਉਂਕਿ ਆਪਾਂ ਕੁਆਲਿਟੀ ਮੇਜਰ ਕਰ ਰਹੇ ਤਾਂ ਹੁਣ ਕੁਆਲਿਟੀ 'ਚ ਟੈਸਟੇਬਿਲਿਟੀ ਦਾ ਮਤਲਬ ਇੱਥੇ ਨਹੀਂ ਆਉਣਾ ਵੀ ਤੁਸੀਂ ਟੈਸਟ ਕਰਕੇ ਤੁਹਾਡਾ ਪ੍ਰੋਗਰਾਮ ਸਹੀ ਆਊਟਪੁੱਟ ਦੇ ਰਿਹਾ ਜਾਂ ਨਹੀਂ ਦੇ ਰਿਹਾ। ਇੱਥੇ ਮਤਲਬ ਇਹ ਹੈ ਕਿ ਤੁਹਾਨੂੰ ਉਹਨੂੰ ਐਫਰਟ ਕਿੰਨੇ ਕਰਨੇ ਪੈ ਰਹੇ ਟੈਸਟ ਕਰਨ 'ਚ, ਮਤਲਬ ਉਹਨੂੰ ਜਦੋਂ ਉਹਦੀ ਟੈਸਟਿੰਗ ਕਰਨੀ ਉਹ 'ਚ ਤੁਹਾਡੇ ਕਿੰਨੇ ਐਫਰਟਸ ਲੱਗਦੇ। ਉਸ ਤਰ੍ਹਾਂ ਮੇਨਟੇਨੇਬਿਲਿਟੀ, ਕੱਲ੍ਹ ਨੂੰ ਅਗਰ ਤੁਸੀਂ ਸਿਸਟਮ ਨੂੰ ਠੀਕ ਕਰਨਾ ਚਾਹੁੰਦੇ ਹੋ, ਉਹ 'ਚ ਕੁਛ ਮੋਡੀਫਿਕੇਸ਼ਨਸ ਕਰਨਾ ਚਾਹੁੰਦੇ ਹੋ ਤਾਂ ਕੀ ਉਹ ਹੋ ਸਕਦਾ। ਸੋ ਇਟ ਇਜ਼ ਯੂਜ਼ ਟੂ ਮੈਜ਼ਰ ਦ ਕੇਸ ਵਿਦ ਵਿਚ ਦ ਐਰਰਸ ਆਫ ਅ ਪ੍ਰੋਗਰਾਮ ਆਰ ਲੋਕੇਟਡ ਐਂਡ ਕਰੈਕਟਡ। ਮਤਲਬ ਉਹਦੇ ਵਿੱਚ ਐਰਰ ਤੁਸੀਂ ਕਿੱਦਾਂ ਲੱਭੋਗੇ ਔਰ ਕਿੱਦਾਂ ਉਹਨੂੰ ਠੀਕ ਕਰੋਗੇ, ਉਹਦੇ ਲਈ ਜੋ ਤੁਹਾਡਾ ਐਫਰਟਸ ਲੱਗਣਗੇ, ਟਾਈਮ ਲੱਗਣਗੇ, ਉਹਦਾ ਤੁਸੀਂ ਧਿਆਨ ਰੱਖਦੇ ਤਾਂ ਉਹਨੂੰ ਆਪਾਂ ਕਹਿੰਦੇ ਮੇਨਟੇਨੇਬਿਲਿਟੀ ਨੂੰ ਆਪਾਂ ਚੈੱਕ ਕਰਦੇ। ਨੈਕਸਟ ਪੋਰਟੇਬਿਲਿਟੀ। ਪੋਰਟੇਬਿਲਿਟੀ ਉਹੀ ਹੈ ਕਿ ਆਪਾਂ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਅਗਰ ਉਹਨੂੰ ਇੰਸਟਾਲ ਕਰਨਾ। ਠੀਕ ਹੈ, ਮਤਲਬ ਇੱਕ ਹਾਰਡਵੇਅਰ ਕਨਫੀਗਰੇਸ਼ਨ 'ਤੇ ਉਹ ਚੱਲ ਰਿਹਾ, ਹੁਣ ਅਸੀਂ ਕੀ ਵੀ ਕੱਲ੍ਹ ਨੂੰ ਅਸੀਂ ਆਪਣੇ ਹਾਰਡਵੇਅਰ ਕਨਫੀਗਰੇਸ਼ਨ ਚੇਂਜ ਕਰਨੀ ਹੈ ਤਾਂ ਕੀ ਉਹ ਸੌਫਟਵੇਅਰ ਉੱਥੇ ਵੀ ਚੱਲੂਗਾ ਜਾਂ ਨਹੀਂ ਚੱਲੂਗਾ। ਠੀਕ ਹੈ, ਐਕੂਰੇਸੀ ਸੇਮ ਆਲਮੋਸਟ ਜਿਹੜਾ ਹੈ ਤੁਹਾਡਾ ਕਰੈਕਟਨੈਸ ਵਰਗੀ ਹੀ ਚੀਜ਼ ਹੁੰਦੀ ਹੈ ਕਿ ਜੇ ਆਪਾਂ ਬਿਲਕੁਲ ਐਗਜ਼ੈਕਟਲੀ ਚੈੱਕ ਕਰ ਦਿੰਦੇ ਹਾਂ ਕਿ ਇਨਪੁੱਟ ਦੀ ਕੀ ਪ੍ਰੋਸੀਜਰ ਹੈ, ਮਤਲਬ ਕਿੰਨਾ ਉਹ ਸਹੀ ਹੈ। ਠੀਕ ਹੈ, ਉੱਤੇ ਫਾਈਨਲ ਉਹਦੀ ਆਊਟਪੁੱਟ ਕੀ ਆ ਰਹੀ ਹੈ ਐਗਜ਼ੈਕਟਲੀ ਚੈੱਕ ਕਰ ਲੈਂਦੇ। ਠੀਕ ਹੈ, ਉਸ ਦਾ ਐਰਰ ਟੋਲਰੈਂਸ ਕਿ ਅਗਰ ਬਾਈ ਚਾਂਸ ਤੁਹਾਡਾ ਸਿਸਟਮ 'ਚ ਕੁਛ ਐਰਰ ਆਉਂਦਾ ਹੈ ਤਾਂ ਕੀ ਕਿਤੇ ਉਹ ਡਾਇਰੈਕਟਲੀ ਸ਼ਟ ਡਾਊਨ ਹੀ ਤਾਂ ਨਹੀਂ ਹੋ ਜਾਂਦਾ, ਮਤਲਬ ਐਰਰ ਟੋਲਰੈਂਸ ਕਿੰਨੀ ਹੈ ਉਹਦੇ ਵਿੱਚ। ਐਕਸਪੈਂਡੇਬਿਲਿਟੀ ਇਹ ਤੁਹਾਡਾ ਆਲਮੋਸਟ ਉਹਦੇ ਨਾਲ ਰਿਲੇਟਡ ਹੈ, ਮੇਨਟੇਨੇਬਿਲਿਟੀ ਦੇ ਨਾਲ ਰਿਲੇਟਡ ਹੈ। ਐਕਸਪੈਂਡੇਬਿਲਿਟੀ ਦਾ ਮਤਲਬ ਕਿ ਤੁਸੀਂ ਆਪਣੇ ਸਿਸਟਮ ਨੂੰ ਕਾਹਨੂੰ ਫਰਦਰ ਇਨਹਾਂਸ ਕਰਨਾ ਚਾਹੁੰਦੇ ਹੋ, ਵਧਾਉਣਾ ਚਾਹੁੰਦੇ ਹੋ ਤਾਂ ਕੀ ਉਹ ਪੋਸੀਬਲ ਹੈ। ਠੀਕ ਹੈ, ਉਸ ਦਾ ਅਸੈਸ ਕੰਟਰੋਲ
ਕਿ ਉਹਦੇ 'ਤੇ ਤੁਸੀਂ ਹੁਣ ਸਿਕਿਉਰਿਟੀ ਇੱਕ ਕਿਸਮ ਦੀ ਲਗਾਉਣਾ ਚਾਹੁੰਦੇ ਹੋ ਵੀ ਕੌਣ ਬੰਦਾ ਇਹਨੂੰ ਯੂਜ਼ ਕਰ ਸਕਦਾ, ਕੌਣ ਇਹਨੂੰ ਨਹੀਂ ਯੂਜ਼ ਕਰ ਸਕਦਾ, ਠੀਕ ਹੈ। ਸੋ ਅਗਰ ਉਸ ਚੀਜ਼ ਦੀ ਕੁਆਲਿਟੀ ਨੂੰ ਤੁਸੀਂ ਮੇਜਰ ਕਰਨਾ ਤਾਂ ਉਹਨੂੰ ਆਪਾਂ ਕਹਿੰਦੇ ਅਸੈਸ ਕੰਟਰੋਲ। ਲਾਸਟ ਕਮਿਊਨੀਕੇਸ਼ਨ, ਠੀਕ ਹੈ, ਕਿ ਉਹਦੀ ਇੱਕ ਜਗ੍ਹਾ ਤੋਂ ਜਾਂ ਕਹਿ ਲਓ ਕਿ ਉਹਦੇ ਇਨਪੁਟਸ ਜਾਂ ਆਊਟਪੁਟਸ ਕਿੰਨੇ ਸਹੀ ਢੰਗ ਨਾਲ ਆਪਸ 'ਚ ਗੱਲਬਾਤ ਕਰਦੇ ਆ, ਜਾਂ ਕਹਿ ਲਓ ਕਿ ਹੁਣ ਬਾਈ ਜਾਂ ਸਾਡੇ ਕੰਪਿਊਟਰ ਨੇ ਕਿਸੇ ਹੋਰ ਨੂੰ ਅਗਰ ਕਮਿਊਨੀਕੇਸ਼ਨ ਸੈਂਡ ਕਰਨਾ, ਡਾਟਾ ਸੈਂਡ ਕਰਨਾ, ਤਾਂ ਉਹ ਵਧੀਆ ਢੰਗ ਨਾਲ ਕਰ ਰਿਹਾ ਜਾਂ ਨਹੀਂ ਕਰ ਰਿਹਾ, ਟਾਈਮ ਘੱਟ ਲੈ ਰਿਹਾ ਜਾਂ ਡਾਟਾ ਜ਼ਿਆਦਾ ਲੈ ਰਿਹਾ। ਸੋ ਇੱਦਾਂ ਚੀਜ਼ਾਂ ਅਗਰ ਤੁਸੀਂ ਕੰਸੀਡਰ ਕਰਨਾ ਉਹਨੂੰ ਕਮਿਊਨੀਕੇਸ਼ਨ, ਜਿੱਦਾਂ ਅਗਰ ਹੁਣ ਆਪਾਂ ਗੂਗਲ ਮੀਟ ਦੀ ਜਾਂ ਜ਼ੂਮ ਦੀ ਗੱਲ ਕਰੀਏ ਤਾਂ ਆਪਾਂ ਉਹਨੂੰ ਕਮਿਊਨੀਕੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਉਹਦੀ ਕੁਆਲਿਟੀ ਚੈੱਕ ਕਰਾਂਗੇ, ਠੀਕ ਹੈ, ਵੀ ਮਤਲਬ ਕਿੰਨਾ ਡਾਟਾ ਯੂਜ਼ ਕਰਦਾ ਹੈ, ਕੁਆਲਿਟੀ ਕਿੰਨੀ ਜਾ ਰਹੀ ਹੈ ਆਡੀਓ ਦੀ, ਵੀਡੀਓ ਦੀ। ਸੋ ਇਸ ਤਰ੍ਹਾਂ ਤੁਸੀਂ ਇਹਨੂੰ ਦੇਖ ਸਕਦੇ ਹੋ, ਠੀਕ ਹੈ। ਸੋ ਮਤਲਬ ਕੁਆਲਿਟੀ ਅਸ਼ੋਰੈਂਸ ਦੇ ਵਿੱਚ ਬਹੁਤ ਸਾਰੇ ਪੈਰਾਮੀਟਰਸ ਹੈ। ਹੁਣ ਇਹਨਾਂ ਵਿੱਚ ਕਿਹੜੇ ਤੁਸੀਂ ਯੂਜ਼ ਕਰਨੇ ਜਾਂ ਤੁਹਾਡੇ ਸੌਫਟਵੇਅਰ ਉੱਤੇ ਕਿਹੜੇ ਐਪਲੀਕੇਬਲ ਹੈ, ਇਹ ਮਤਲਬ ਤੁਸੀਂ ਖੁਦ ਡਿਸਾਈਡ ਕਰਨਾ ਹੁੰਦਾ। ਉਸ ਤੋਂ ਬਾਅਦ ਆਉਂਦਾ ਤੁਹਾਡਾ ਲੈਵਲਸ ਆਫ ਕੁਆਲਿਟੀ ਅਸ਼ੋਰੈਂਸ, ਠੀਕ ਹੈ। ਮਤਲਬ ਤੁਸੀਂ ਕੁਆਲਿਟੀ ਨੂੰ ਵੀ ਜੋ ਚੈੱਕ ਕਰਦੇ ਤਾਂ ਉਹਦੇ ਲੈਵਲ ਕੀ ਹੈ। ਜਿੱਦਾਂ ਇੱਕ ਤਾਂ ਸਿੰਪਲ ਕੁਆਲਿਟੀ ਤੁਸੀਂ ਖੁਦ ਚੈੱਕ ਕਰ ਰਹੇ ਹੋ, ਜਿੱਦਾਂ ਆਪਾਂ ਕੋਈ ਸਮਾਨ ਖਰੀਦਦੇ ਹਾਂ, ਜਿੱਦਾਂ ਆਪਾਂ ਕੋਈ ਬਿਜਲੀ ਦਾ ਸਮਾਨ ਖਰੀਦਦੇ ਆਪਾਂ ਕਹਿੰਦੇ ISO ਸਰਟੀਫਾਈਡ ਹੋਣਾ ਚਾਹੀਦਾ ਹੈ ਨਾ, ਜਾਂ ਆਪਾਂ ਕੋਈ ਇੰਸ਼ੋਰੈਂਸ ਖਰੀਦਦੇ ਹਾਂ ਆਪਾਂ ਕਹਿੰਦੇ IRD ਦੇ ਥਰੂ ਤੁਹਾਡੀ ਜਿਹੜੀ ਕੰਪਨੀ ਉਹ ਮਤਲਬ ਆਥੋਰਾਈਜ਼ਡ ਵੀ ਹੈ ਜਾਂ ਨਹੀਂ ਹੈ। ਸੋ ਮਤਲਬ ਹਰ ਕੁਆਲਿਟੀ ਨੂੰ ਮੇਜਰ ਕਰਨੇ ਅਲੱਗ-ਅਲੱਗ ਜਿੱਦਾਂ ਕਹਿ ਲਓ ਏਜੰਸੀਜ਼ ਬਣੀਆਂ ਹੋਈਆਂ ਜਾਂ ਅਲੱਗ-ਅਲੱਗ ਲੈਵਲਸ ਬਣੇ ਹੋਏ ਆ। ਹੁਣ ਉਹ ਕਿਹੜੇ ਹੈਗੇ ਇਹਦੇ ਵਿੱਚ ਆਪਾਂ ਉਹ ਗੱਲ ਕਰਨ ਲੱਗੇ, ਠੀਕ ਹੈ। ਸੋ ਸਭ ਤੋਂ ਪਹਿਲਾਂ ਤਾਂ ਇਹਨੇ ਕਿਹਾ ਵੀ ਲੈਵਲ ਤੁਸੀਂ ਮੇਜਰ ਕਰਦੇ ਹੋ ਟੈਸਟਿੰਗ ਤੋਂ, ਠੀਕ ਹੈ। ਹੁਣ ਇਹ ਕੀ ਕਹਿੰਦੇ ਆ ਕਿ ਤੁਹਾਡਾ 50% ਆਫ ਦਾ ਬਜਟ ਜਿਹੜਾ ਹੁੰਦਾ ਹੈ ਉਹ ਤੁਹਾਡਾ ਹਮੇਸ਼ਾ ਟੈਸਟਿੰਗ ਦੇ ਉੱਤੇ ਲੱਗਦਾ, ਠੀਕ ਹੈ। ਸੋ ਪਹਿਲਾ ਲੈਵਲ ਤੁਹਾਡਾ ਹੋ ਗਿਆ ਟੈਸਟਿੰਗ ਦਾ। ਸੋ ਟੈਸਟਿੰਗ ਦੇ ਵਿੱਚ ਨੋਰਮਲੀ ਆਪਾਂ ਕੋਸ਼ਿਸ਼ ਇਹ ਕਰਦੇ ਹਾਂ ਕਿ ਅਸੀਂ ਇਹ ਪ੍ਰੂਵ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਸਾਡੇ ਸੌਫਟਵੇਅਰ ਦੇ ਵਿੱਚ ਕੋਈ ਐਰਰ ਨਹੀਂ ਹੈ। ਵੀ ਟਰਾਈ ਟੂ ਪ੍ਰੂਵ ਕਿ ਦੇਰ ਇਜ਼ ਨੋ ਐਰਰ, ਬਟ ਹੈ ਐਕਚੁਅਲ 'ਚ ਟੈਸਟਿੰਗ ਦਾ ਮਤਲਬ ਉਲਟਾ ਹੈ, ਇਸ ਤੋਂ ਉਲਟਾ ਹੈ, ਠੀਕ ਹੈ। ਮਤਲਬ ਕੀ ਹੈ ਕਿ ਅਸੀਂ ਇਹ ਨਹੀਂ ਪ੍ਰੂਵ ਕਰਨਾ ਕਿ ਐਰਰ ਇਹਦੇ ਵਿੱਚ ਨਹੀਂ ਹੈ, ਅਸੀਂ ਇਹ ਕਹਿਣਾ ਹੁੰਦਾ ਹੈ ਕਿ ਇਹਦੇ ਵਿੱਚ ਤੁਸੀਂ ਐਰਰ ਨੂੰ ਲੱਭੋ, ਠੀਕ ਹੈ, ਜਿਹੜੇ ਤੁਹਾਡੇ ਪ੍ਰੋਗਰਾਮ ਨੂੰ ਫੇਲ ਕਰ ਰਹੇ ਆ। ਮਤਲਬ ਹੁੰਦਾ ਮਤਲਬ ਇਹ ਹੁੰਦਾ ਵੀ ਆਪਾਂ ਲੱਭਣੇ ਐਰਰ ਹੁੰਦੇ ਆ, ਪਰ ਅਸੀਂ ਕੋਸ਼ਿਸ਼ ਇਹ ਕਰਦੇ ਵੀ ਸਾਨੂੰ ਐਰਰ ਨਾ ਲੱਭੇ। ਮਤਲਬ ਸਾਡਾ ਜਿਹੜਾ ਇੱਕ ਸੋਚਣ ਦਾ ਨਜ਼ਰੀਆ ਉਹ ਅਲੱਗ ਹੈ। ਟੈਸਟਿੰਗ ਦਾ ਮਤਲਬ ਸਾਨੂੰ ਇਹ ਹੁੰਦਾ ਵੀ ਅਸੀਂ ਇਹਦੇ ਵਿੱਚ ਐਰਰ ਲੱਭਣੇ ਆ, ਉਹ ਐਰਰ ਲੱਭਣੇ ਜਿਹਦੇ ਕਰਕੇ ਤੁਹਾਡਾ ਪ੍ਰੋਗਰਾਮ ਫੇਲ ਹੁੰਦਾ, ਬਜਾਏ ਕਿ ਅਸੀਂ ਇਹ ਪ੍ਰੂਵ ਕਰਨਾ ਕਿ ਪ੍ਰੋਗਰਾਮ ਵਿੱਚ ਐਰਰ ਕੋਈ ਵੀ ਨਹੀਂ ਹੈ, ਠੀਕ ਹੈ। ਮਤਲਬ ਇੱਕ ਸਿੱਧਾ ਤੁਸੀਂ ਬੋਲੋਗੇ ਅਗਰ ਤੁਸੀਂ ਟੈਸਟਰ ਹੋ ਇੱਕ, ਅਗਰ ਤੁਸੀਂ ਐਰਰ ਨਹੀਂ ਲੱਭ ਰਹੇ ਤਾਂ ਤੁਹਾਡੀ ਜੋਬ ਜਿਹੜੀ ਉਹ ਨਹੀਂ ਹੈ, ਮਤਲਬ ਤੁਸੀਂ ਕੰਮ ਦੇ ਲਾਇਕ ਨਹੀਂ ਹੋ। ਸੋ ਕਹਿਣ ਦਾ ਮਤਲਬ ਕੀ ਹੈ, ਟੈਸਟਿੰਗ ਨੂੰ ਤੁਸੀਂ ਇਸ ਪੁਆਇੰਟ ਆਫ ਵਿਊ ਨਾਲ ਹਮੇਸ਼ਾ ਟੈਸਟਿੰਗ ਕਰਵਾਉਣੀ ਕੁਆਲਿਟੀ ਅਸ਼ੋਰੈਂਸ 'ਚ ਕਿ ਤੁਸੀਂ ਇਹੋ ਜਿਹੇ ਐਰਰ ਲੱਭਣ ਦੀ ਕੋਸ਼ਿਸ਼ ਕਰੋ ਜਿਹਦੇ ਨਾਲ ਤੁਹਾਡਾ ਸਿਸਟਮ ਫੇਲ ਹੁੰਦਾ। ਸੈਕਿੰਡ ਜਿਹੜਾ ਇਹਦਾ ਲੈਵਲ ਹੁੰਦਾ ਉਹ ਵੈਰੀਫਿਕੇਸ਼ਨ ਐਂਡ ਵੈਲੀਡੇਸ਼ਨ। ਵੈਰੀਫਿਕੇਸ਼ਨ ਇਹ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਐਂਡ ਵੈਲੀਡੇਸ਼ਨ, ਠੀਕ ਹੈ। ਇਹਨੂੰ ਹੁਣ ਕਈ ਵਾਰੀ ਅਲਫਾ ਬੀਟਾ ਟੈਸਟਿੰਗ ਵੀ ਕਹਿ ਦਿੰਦੇ ਆ। ਅਲਫਾ ਟੈਸਟਿੰਗ ਮਤਲਬ ਨੋਰਮਲੀ ਕੀ ਹੁੰਦਾ, ਵੈਰੀਫਿਕੇਸ਼ਨ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੀ ਸਾਈਟ 'ਤੇ ਬੈਠੇ ਹੋ। ਮਤਲਬ ਮੈਂ ਸੌਫਟਵੇਅਰ ਤਿਆਰ ਕੀਤਾ, ਮੇਰੀ ਆਪਣੀ ਕੰਪਨੀ, ਮੇਰੀ ਆਪਣਾ PC ਹੈ, ਮੇਰਾ ਆਪਣਾ ਇਨਵਾਇਰਮੈਂਟ ਹੈ, ਆਪਣਾ ਡਾਟਾਬੇਸ ਸਭ ਕੁਛ ਮੇਰਾ ਆਪਣਾ ਹੈ, ਮਤਲਬ ਮੇਰੇ ਆਪਣੇ ਸਿਸਟਮ 'ਤੇ ਹੈ। ਜਦੋਂ ਮੈਂ ਉਦੋਂ ਟੈਸਟਿੰਗ ਕਰਾਵਾਂਗਾ ਉਹਨੂੰ ਆਪਾਂ ਕਹਿੰਦੇ ਵੈਰੀਫਿਕੇਸ਼ਨ। ਜਦੋਂ ਉਹੀ ਕੰਮ ਅਸੀਂ ਯੂਜ਼ਰ ਦੇ ਇਨਵਾਇਰਮੈਂਟ 'ਚ ਜਾ ਕੇ ਕਰਦੇ ਉਹਨੂੰ ਆਪਾਂ ਕਹਿੰਦੇ ਵੈਲੀਡੇਸ਼ਨ। ਵੈਲੀਡੇਸ਼ਨ ਕਰਨ ਲਈ ਕਈ ਟਾਈਮ ਹੁੰਦੇ, ਜਿੱਦਾਂ ਆਪਾਂ ਕਈ ਵਾਰ ਐਗਜ਼ਾਮਪਲ ਇਹਦੀ ਵੈਲੀਡੇਸ਼ਨ ਨੂੰ ਯਾਦ ਕਰਨ ਦਾ ਤਰੀਕਾ ਕੀ ਹੁੰਦਾ ਵੀ ਤੁਸੀਂ ਮੋਬਾਈਲ 'ਚ ਵੈਲਿਡਿਟੀ ਪਾਉਂਦੇ ਹੋ ਨਾ 6 ਮਹੀਨੇ ਦੀ, ਸਾਲ ਦੀ। ਸੋ ਉਸੇ ਤਰ੍ਹਾਂ ਵੈਲਿਡਿਟੀ ਜਦੋਂ ਤੁਸੀਂ ਇੱਕ ਸੌਫਟਵੇਅਰ ਦੀ ਕਰਦੇ ਹੋ ਤਾਂ ਉਹ ਵੈਲਿਡਿਟੀ ਉਹਦੀ ਕਾਫੀ ਟਾਈਮ ਪੀਰੀਅਡ ਤੋਂ ਬਾਅਦ ਸਾਨੂੰ ਐਗਜ਼ੈਕਟ ਪਤਾ ਲੱਗਦੀ ਹੈ, ਠੀਕ ਹੈ। ਮਤਲਬ ਇਹਦੇ ਵਿੱਚ ਇਹ ਨਹੀਂ ਫਿਕਸ ਨਹੀਂ ਹੈ ਵੀ ਤੁਸੀਂ ਇੰਨੇ ਦਿਨ ਦੇ ਵਿੱਚ ਤੁਸੀਂ ਦੱਸ ਦੋਗੇ ਤੁਹਾਡਾ ਸੌਫਟਵੇਅਰ ਵੈਲਿਡ ਹੈ, ਉਹ ਸਹੀ ਹੈ, ਉਹਦੇ ਲਈ ਤੁਹਾਨੂੰ ਟਾਈਮ ਲੱਗ ਜਾਂਦਾ, ਠੀਕ ਹੈ। ਲਾਸਟ ਆਉਂਦੀ ਹੈ ਸਰਟੀਫਿਕੇਸ਼ਨ। ਹੁਣ ਸਰਟੀਫਿਕੇਸ਼ਨ ਵੈਸੇ ਸੌਫਟਵੇਅਰ 'ਚ ਜਿਹੜੀਆਂ ਹੁੰਦੀਆਂ ਐਜ਼ ਪਰ ਮਾਈ ਨੌਲੇਜ ਦੋ ਤਰ੍ਹਾਂ ਦੀਆਂ ਹੁੰਦੀਆਂ, ISO ਅਤੇ ਇੱਕ CMM ਆਪਾਂ ਵਰਡ ਪੜ੍ਹਦੇ ਹੁੰਦੇ, ਤੁਹਾਡੇ ਉਹਦਾ ਸਿਲੇਬਸ ਇੱਥੇ ਨਹੀਂ ਲਿਖਿਆ ਹੋਇਆ ਇਹਨਾਂ ਨੇ। ਸਰਟੀਫਿਕੇਸ਼ਨ ਦਾ ਮਤਲਬ ਕੀ ਹੁੰਦਾ, ਸਿੰਪਲ ਭਾਸ਼ਾ 'ਚ ਕੋਈ ਥਰਡ ਪਾਰਟੀ ਹੈ, ਮਤਲਬ ਤੁਸੀਂ ਨਹੀਂ ਹੋ, ਕੋਈ ਥਰਡ ਪਾਰਟੀ ਹੈ ਜਿਹੜੀ ਇਹ ਡਿਸਾਈਡ ਕਰਦੀ ਕਿ ਤੁਸੀਂ ਜੋ ਸੌਫਟਵੇਅਰ ਬਣਾਇਆ, ਜੋ ਤੁਸੀਂ ਸਮਾਨ ਬਣਾਇਆ ਉਹ ਸਹੀ ਹੈ। ਫੋਰ ਐਗਜ਼ਾਮਪਲ ਮੈਂ ਪੱਖਾ ਬਣਾਤਾ ਜਾਂ ਕੋਈ ਮੈਂ ਇਲੈਕਟ੍ਰੋਨਿਕ ਸਮਾਨ ਬਣਾਤਾ, ਮੈਂ ਕਹਿੰਦਾ ਇਹਦੀ ਕੁਆਲਿਟੀ ਬਹੁਤ ਵਧੀਆ, ਮੈਂ ਸਮਾਨ ਬਣਾਇਆ, ਮੈਂ ਤਾਂ ਖੁਦ ਕਹਾਂਗੀ ਵੀ ਇਹਦੀ ਕੁਆਲਿਟੀ ਵਧੀਆ ਹੈ ਨਾ। ਉਹਦੀ ਕੁਆਲਿਟੀ ਜਿਹੜਾ ਕਸਟਮਰ ਹੈ ਉਹ ਵੀ ਉਨੀ ਕੁ ਚੈੱਕ ਕਰ ਸਕਦਾ ਜਿੰਨੀ ਕੁ ਉਹਨੂੰ ਨੌਲੇਜ ਹੈ, ਠੀਕ ਹੈ। ਸੋ ਉਹਦਾ ਤਰੀਕਾ ਕੀ ਹੈ, ਕਸਟਮਰ ਕੀ ਕਹਿੰਦਾ ਵੀ ਕੋਈ ਬਾਹਰਲੀ ਬੰਦੇ ਉਹ ਹਾਇਰ ਕਰ ਲੈਂਦਾ, ਕੋਈ ਥਰਡ ਪਾਰਟੀ ਹਾਇਰ ਕਰ ਲੈਂਦਾ। ਥਰਡ ਪਾਰਟੀ ਕਹਿੰਦੀ ਹੈ ਵੀ ਅਗਰ ਉਹ ਥਰਡ ਪਾਰਟੀ ਬੋਲ ਦਿੰਦੀ ਹੈ ਕਿ ਤੁਹਾਡਾ ਸੌਫਟਵੇਅਰ ਬਿਲਕੁਲ ਸਹੀ ਹੈ ਅਤੇ ਉਹਨੂੰ ਯਕੀਨ ਹੋ ਜਾਂਦਾ। ਸੋ ਆਪਾਂ ਕੀ ਕਰਦੇ, ਆਪਾਂ ਸਰਟੀਫਾਈ ਕਰਾ ਲੈਂਦੇ ਕਿਸੇ ਤੀਸਰੇ ਥਰਡ ਪਾਰਟੀ ਤੋਂ, ਕਿਸੇ ਤੀਸਰੇ ਬੰਦੇ ਤੋਂ, ਠੀਕ ਹੈ। ਸੋ ਨੋਰਮਲੀ ਵੈਸੇ ਸਰਟੀਫਿਕੇਸ਼ਨ ਦੋ ਤਰ੍ਹਾਂ ਦੀ ਹੁੰਦੀ, ਇੱਕ ISO ਹੁੰਦੀ ਨੋਰਮਲੀ ਫਾਈਨਲ ਪ੍ਰੋਡਕਟ ਦੀ ਜੋ ਐਕਚੁਅਲ 'ਚ ਬਣਿਆ, ਠੀਕ ਹੈ। CMM ਜਿਹੜਾ ਹੁੰਦਾ ਇੰਡਸਟਰੀ ਲੈਵਲ ਦੀ ਹੁੰਦੀ ਹੈ ਵੀ ਜਿਹੜਾ ਤੁਹਾਡਾ ਇੰਡਸਟਰੀ ਜਿਹੜਾ ਸਮਾਨ ਬਣਾਉਂਦੇ ਉਹ 'ਚ ਜਿਹੜਾ ਪ੍ਰੋਸੈਸ ਫੋਲੋ ਕਰਦੀ ਹੈ, ਜਾਂ ਕਹਿ ਲਓ ਸੌਫਟਵੇਅਰ ਬਣਾਉਂਦੇ ਉਹ 'ਚ ਜਿਹੜਾ ਪ੍ਰੋਸੈਸ ਫੋਲੋ ਕਰਦੀ ਹੈ, ਜਿਹੜਾ SDLC ਫੋਲੋ ਕਰਦੀ ਹੈ, ਜਾਂ ਸਟੈਪਸ ਫੋਲੋ ਕਰਦੀ ਹੈ, ਉਹ ਸਟੈਪਸ ਸਹੀ ਹੈ ਜਾਂ ਨਹੀਂ ਹੈ। ਮਤਲਬ ਇਹਨੂੰ ਆਪਾਂ ਇੱਦਾਂ ਯਾਦ ਰੱਖਦੇ ਹਾਂ ਕਿ CMM ਇਹਨੂੰ ਹੁੰਦਾ
ਕੰਪਨੀ ਮੈਚੋਰਿਟੀ ਮਾਡਲ, ਸੌਰੀ ਕੈਪੇਬਿਲਿਟੀ ਮੈਚੋਰਿਟੀ ਮਾਡਲ, ਠੀਕ ਹੈ। ਕੈਪੇਬਿਲਿਟੀ ਮੈਚੋਰਿਟੀ ਮਾਡਲ ਬਾਕੀ ਆਪਾਂ ਚੈੱਕ ਕਰ ਲਿਓ ਇਹਨੂੰ ਇੱਕ ਵਾਰੀ। ਵੈਸੇ ਇਹਦਾ ਕੈਪੇਬਿਲਿਟੀ ਮੈਚੋਰਿਟੀ ਮਾਡਲ ਦਾ ਮਤਲਬ ਕੀ ਹੈ ਵੀ ਤੁਹਾਡਾ ਜਿਹੜਾ ਸਿਸਟਮ ਕਿਸੇ ਪ੍ਰੋਡਕਟ ਨੂੰ ਬਣਾਉਣ ਦਾ, ਠੀਕ ਹੈ, ਉਹ ਸਹੀ ਹੋਣਾ ਚਾਹੀਦਾ। ISO ਸਿਰਫ ਇਹ ਚੈੱਕ ਕਰਦਾ ਕਿ ਤੁਹਾਡਾ ਫਾਈਨਲ ਪ੍ਰੋਡਕਟ ਸਹੀ ਹੋਣਾ ਚਾਹੀਦਾ, ਮਤਲਬ ਉਸ ਚੀਜ਼ ਨੂੰ ਬਣਾਉਣ ਦੇ ਤਰੀਕੇ ਨੂੰ ਕੌਣ ਚੈੱਕ ਕਰਦਾ, CMM, ਅਤੇ ਜਿਹੜਾ ਫਾਈਨਲ ਪ੍ਰੋਡਕਟ ਬਣ ਕੇ ਆ ਗਿਆ ਉਹਨੂੰ ਕੌਣ ਚੈੱਕ ਕਰਦਾ, ਤੁਹਾਡਾ ISO, ਠੀਕ ਹੈ। ਉਸ ਤੋਂ ਲਾਸਟ ਟੌਪਿਕ ਜਿਹੜਾ ਹੈ ਤੁਹਾਡਾ ਹੈ ਟਰੈਂਡਸ ਇਨ ਟੈਸਟਿੰਗ, ਕਿ ਟੈਸਟਿੰਗ ਦੇ ਵਿੱਚ ਲੇਟੈਸਟ ਟਰੈਂਡਸ ਕੀ ਹੈ ਜਾਂ ਲੇਟੈਸਟ ਪ੍ਰੋਬਲਮਸ ਕੀ ਹੈ ਜਾਂ ਲੇਟੈਸਟ ਅਪਡੇਟਸ ਕੀ ਹੈ, ਉਹਦੇ ਬਾਰੇ ਇਹਨਾਂ ਨੇ ਗੱਲ ਕੀਤੀ ਸਿੰਪਲ। ਅਤੇ ਇਹ ਕਹਿ ਰਹੇ ਆ ਕਿ ਜਿਹੜਾ ਦੇਖੋ ਟੈਸਟਿੰਗ ਹੈ ਉਹ ਹੁਣ ਦਿਨ ਬ ਦਿਨ ਇਹ ਔਖਾ ਟੌਪਿਕ ਹੈ। ਵੈਸੇ ਟੈਸਟਿੰਗ ਜਿਹੜੀ ਹੁੰਦੀ ਹੈ ਇਹ ਡਿਵੈਲਪਮੈਂਟ ਨਾਲੋਂ ਜ਼ਿਆਦਾ ਟਫ ਹੈ। ਉਹਦਾ ਰੀਜ਼ਨ ਤੁਸੀਂ ਇਸ ਤਰ੍ਹਾਂ ਕਹਿ ਸਕਦੇ ਹੋ ਵੀ ਡਿਵੈਲਪਰ ਨੇ ਇੱਕ ਸੋਲਿਊਸ਼ਨ ਦੇ ਦਿੱਤਾ, ਟੈਸਟਿੰਗ ਦੇ ਵਿੱਚ ਤੁਸੀਂ ਉਸ ਦੇ ਸੋਲਿਊਸ਼ਨ ਨੂੰ ਫੇਲ ਕਰਨ ਦੀ ਕੋਸ਼ਿਸ਼ ਕਰਦੇ ਹੋ, ਮਤਲਬ ਤੁਸੀਂ ਐਰਰਸ ਨੂੰ ਆਈਡੈਂਟੀਫਾਈ ਕਰਦੇ ਹੋ। ਇਹਦਾ ਮਤਲਬ ਅਗਰ ਤੁਹਾਨੂੰ ਕੋਡ ਦੀ ਬਿਲਕੁਲ ਪ੍ਰੋਪਰ ਜਾਣਕਾਰੀ ਹੈ, ਮਤਲਬ ਜੋ ਵੀ ਉਹਨੇ ਲੈਂਗੁਏਜ ਯੂਜ਼ ਕੀਤੀ, ਜੋ ਵੀ ਉਹਨੇ ਫਰੇਮਵਰਕ ਯੂਜ਼ ਕੀਤਾ, ਜਿਹੜੀ ਵੀ ਟੈਕਨੋਲੋਜੀ ਯੂਜ਼ ਕੀਤੀ, ਅਗਰ ਉਸ ਟੈਕਨੋਲੋਜੀ ਦੇ ਤੁਹਾਨੂੰ ਲੂਪ ਹੋਲਸ ਪਤਾ, ਪੂਰੀ ਡਿਟੇਲ ਪਤਾ, ਤਾਂ ਹੀ ਤੁਸੀਂ ਪ੍ਰੋਪਰ ਟੈਸਟਿੰਗ ਕਰ ਪਾਓਗੇ। ਇਟ ਮੀਨਸ ਟੈਸਟਰ ਨੂੰ ਜ਼ਿਆਦਾ ਨੌਲੇਜ ਚਾਹੀਦੀ। ਹੁਣ ਜਿੱਦਾਂ ਸਾਡੀ ਟੈਕਨੋਲੋਜੀ ਡੇਲੀ ਅਪਡੇਟ ਹੋ ਰਹੀ ਹੈ, ਠੀਕ ਹੈ, ਸੋ ਟੈਸਟਰ ਨੂੰ ਕੀ ਪ੍ਰੋਬਲਮ ਆਉਂਦੀ ਕਿ ਉਹਨੂੰ ਹਰ ਫਰੇਮਵਰਕ, ਹਰ ਨਵੀਂ ਟੈਕਨੋਲੋਜੀ ਬਿਲਕੁਲ ਚੰਗੀ ਤਰ੍ਹਾਂ ਸਮਝਣੀ ਪੈਂਦੀ ਹੈ, ਠੀਕ ਹੈ, ਤਾਂ ਕਿ ਉਹ ਆਪਣੀ ਜੋਬ ਨੂੰ ਪੂਰੀ ਤਰ੍ਹਾਂ ਮਤਲਬ ਕਵਰ ਕਰ ਸਕੇ, ਠੀਕ ਹੈ। ਅਤੇ ਜਿਹੜੀ ਨਿਊ ਟੈਕਨੋਲੋਜੀ ਹੁਣ ਡੇਲੀ ਜਿਹੜੇ IT ਸੈਕਟਰ ਉਹਦੇ ਵਿੱਚ ਤਾਂ ਜਿਹੜੀ ਟੈਕਨੋਲੋਜੀ ਬਹੁਤ ਛੇਤੀ ਅਪਡੇਟ ਹੁੰਦੀ ਪਈ ਹੈ, ਠੀਕ ਹੈ। ਸੋ ਟੈਸਟਰ ਨੂੰ ਹਮੇਸ਼ਾ ਇਹ ਪ੍ਰੋਬਲਮ ਹੀ ਰਹਿਣੀ ਕਿ ਉਹਨੂੰ ਅਪ ਟੂ ਡੇਟ ਰਹਿਣਾ ਪੈਣਾ, ਉਹਨੂੰ ਪ੍ਰੋਪਰ ਪੂਰੀ ਡਿਟੇਲ 'ਚ ਪਤਾ ਹੋਣਾ ਚਾਹੀਦਾ, ਤਾਂ ਹੀ ਉਹ ਟੈਸਟ ਕਰ ਸਕਦਾ। ਫੋਰ ਐਗਜ਼ਾਮਪਲ ਜਿੱਦਾਂ ਆਪਾਂ ਕਹਿੰਦੇ ਵੀ ਇੰਟ A ਲੈਂਦੇ, ਅਤੇ ਹੁਣ ਨੋਰਮਲ ਯੂਜ਼ਰ ਨੂੰ ਤਾਂ ਪਤਾ ਵੀ ਇੰਟੀਜਰ ਦੀ ਵੈਲਿਊ ਉਹਨੇ 0 ਤੋਂ ਸਟਾਰਟ ਕਰਕੇ ਮਤਲਬ ਮੈਕਸਿਮਮ ਕੁਛ 1000 ਤੱਕ ਉਹ ਭਰ ਦੂਗਾ, ਪਰ ਜਿਹੜਾ ਟੈਕਨੀਕਲ ਬੰਦਾ ਉਹਨੂੰ ਪਤਾ ਵੀ ਇਹਦੀ ਰੇਂਜ ਕੁਛ ਸਮਥਿੰਗ ਇੱਦਾਂ ਹੈ, +3 -3 5 ਡਿਜਿਟ ਦੀ ਵੈਲਿਊ ਹੁੰਦੀ ਹੈ, ਇੱਥੋਂ ਲੈ ਕੇ ਇੱਥੇ ਤੱਕ ਵੈਲਿਊ ਹੈ। ਮਤਲਬ ਇਹ ਚੀਜ਼ ਕਿਹਨੂੰ ਪਤਾ, ਸਿਰਫ ਟੈਸਟਰ ਨੂੰ ਪਤਾ। ਜਿਹਨੂੰ ਇਹ ਚੀਜ਼ ਪਤਾ ਉਹਨੇ ਹੀ ਆਹ ਵੈਲਿਊ ਤੋਂ ਅਬਵ ਪਾ ਕੇ ਟੈਸਟ ਕਰਕੇ ਦੇਖ ਸਕਦਾ, ਨੋਰਮਲ ਬੰਦੇ ਨੇ ਉਹਨੂੰ ਟੈਸਟ ਨਹੀਂ ਕਰ ਪਾਉਣਾ। ਸੋ ਕਹਿਣ ਦਾ ਭਾਵ ਵੀ ਟੈਸਟਰ ਨੂੰ ਟੈਕਨੋਲੋਜੀ ਦੀ ਪੂਰੀ ਪ੍ਰੋਪਰ ਨੌਲੇਜ ਹੋਣੀ ਚਾਹੀਦੀ, ਤਾਂ ਹੀ ਉਹ ਟੈਸਟਿੰਗ ਕਰ ਸਕਦਾ। ਹੁਣ ਇਹਦੇ ਵਿੱਚ ਟੌਪ 10 ਇਮਰਜਿੰਗ ਟੈਸਟ ਇਹਨੇ ਟਰੈਂਡਸ ਦੇ ਦਿੱਤੇ ਵੀ ਸੌਫਟਵੇਅਰ ਟੈਸਟਿੰਗ 'ਚ ਕਿਹੜੇ ਚੱਲ ਰਹੇ। ਸਭ ਤੋਂ ਪਹਿਲਾਂ ਇਹਨੇ ਦੱਸਤਾ ਵੀ ਓਪਨ ਸੋਰਸ, ਜਿਹੜਾ ਓਪਨ ਸੋਰਸ ਹੈ ਉਹ ਅੱਜ ਕੱਲ੍ਹ ਬਹੁਤ ਟਰੈਂਡ 'ਚ ਹੈ, ਠੀਕ ਹੈ। ਮਤਲਬ ਜਿਹੜੇ ਬੰਦੇ ਹੈਗੇ ਉਹ ਕਮਿਊਨਿਟੀ ਨੂੰ ਕੁਛ ਫ੍ਰੀ 'ਚ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਸੋ ਜਦੋਂ ਓਪਨ ਸੋਰਸ ਦੀ ਗੱਲ ਆਉਂਦੀ ਹੈ ਅਤੇ ਉਹਦੇ ਵਿੱਚ ਹਰ ਬੰਦਾ ਆਪਣਾ ਕੰਟਰੀਬਿਊਟ ਕਰ ਸਕਦਾ ਕਿਸੇ ਸੌਫਟਵੇਅਰ ਦੇ ਵਿੱਚ, ਠੀਕ ਹੈ। ਸੋ ਉਹਦੀ ਜਿਹੜੀ ਟੈਸਟਿੰਗ ਹੈ ਉਹਦੇ ਵਿੱਚ ਕਾਫੀ ਪ੍ਰੋਬਲਮਸ ਆ ਸਕਦੀਆਂ, ਕਿਉਂਕਿ ਕਹਿ ਲਓ ਕਿ ਹੁਣ ਤੁਸੀਂ ਓਪਨ ਸੋਰਸ ਹੈ, ਹਰ ਬੰਦਾ ਆਪਣਾ ਕੋਡ ਪਾ ਰਿਹਾ, ਤਾਂ ਉਸ ਕੋਡ ਨੂੰ ਕਰਨ ਦੇ ਕਈ ਢੰਗ ਹੋ ਸਕਦੇ ਹੈ ਨਾ, ਤਾਂ ਤੁਹਾਨੂੰ ਹਰ ਚੀਜ਼ ਦੇਖਣੀ ਪੈਣੀ ਹੈ, ਤਾਂ ਉਹ ਇੱਕ ਪ੍ਰੋਬਲਮ ਹੈ। ਉਸ ਤੋਂ ਬਾਅਦ ਸਪੀਡ ਐਂਡ ਕੁਆਲਿਟੀ ਵਿਲ ਰਨ ਹੈਂਡ ਇਨ ਹੈਂਡ, ਠੀਕ ਹੈ। ਸੋ ਕਈ ਵਾਰੀ ਕੀ ਹੁੰਦਾ ਕਿ ਤੁਹਾਡੀ ਅਗਰ ਕੁਆਲਿਟੀ ਵਧੀਆ ਅਤੇ ਉਹਦੀ ਸਪੀਡ ਘੱਟ ਹੈ, ਠੀਕ ਹੈ। ਜਿੱਦਾਂ ਇਹਨਾਂ ਨੇ ਕਿਹਾ ਵੀ ਟਾਈਮ ਐਂਡ ਕੁਆਲਿਟੀ ਵਿਲ ਆਲਵੇਜ਼ ਐਕਟ ਐਜ਼ ਅ ਮੇਜਰ ਜਜਿੰਗ ਫੈਕਟਰ ਇਨ ਸ਼ਿਫਟਿੰਗ ਦ ਲੈਂਡਸਕੇਪ ਆਫ ਸੌਫਟਵੇਅਰ ਟੈਸਟਿੰਗ ਮਾਰਕੀਟ। ਮਤਲਬ ਕਈ ਵਾਰੀ ਕੀ ਹੁੰਦਾ ਵੀ ਕੁਆਲਿਟੀ ਵਧੀਆ ਤਾਂ ਟਾਈਮ ਜ਼ਿਆਦਾ ਲੈ ਰਹੇ ਹੈ ਡਿਵੈਲਪਮੈਂਟ ਦਾ, ਜਾਂ ਕਹਿ ਲਓ ਕਿ ਤੁਸੀਂ ਟਾਈਮ ਘੱਟ ਲੈ ਰਹੇ ਤਾਂ ਕੁਆਲਿਟੀ ਨਹੀਂ ਹੈਗੀ। ਸੋ ਟਾਈਮ ਐਂਡ ਕੁਆਲਿਟੀ ਜਿਹੜੀ ਹੈ ਇਹ ਹਮੇਸ਼ਾ ਇੱਕ ਦੂਜੇ ਦੇ ਆਪੋਜ਼ਿਟ ਜਿਹੜੀ ਹੈ ਮੈਕਸਿਮਮ ਟਾਈਮ ਇਹ ਚੱਲਦੀ ਰਹਿੰਦੀ ਹੈ, ਠੀਕ ਹੈ। ਉਸ ਤੋਂ ਬਾਅਦ ਹੈਗਾ ਦ ਰੂਲਰਸ ਵਿਲ ਬੀ ਐਜਾਈਲ ਐਂਡ ਡੈਵਓਪਸ, ਠੀਕ ਹੈ। ਕਹਿਣ ਦਾ ਮਤਲਬ ਕੀ ਹੈ ਕਿ ਐਜਾਈਲ ਹੁੰਦਾ ਜਿਹੜੇ ਬਾਰ-ਬਾਰ ਚੇਂਜ ਹੁੰਦੇ ਰਹਿੰਦੇ, ਠੀਕ ਹੈ। ਹੁਣ ਕਿਉਂਕਿ ਜਿਹੜੀ ਟੈਸਟਿੰਗ ਹੈਗੀ ਹੈ ਉਹਨੂੰ ਤੁਸੀਂ ਆਟੋਮੇਟ ਨਹੀਂ ਕਰ ਪਾ ਰਹੇ, ਜਾਂ ਤੁਸੀਂ ਕਹਿ ਲਓ ਕਿ ਅਗਰ ਆਟੋਮੇਟ ਅਗਰ ਤੁਸੀਂ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਹਾਨੂੰ ਬਹੁਤ ਜ਼ਿਆਦਾ ਐਜਾਈਲ ਟੀਮਸ ਚਾਹੀਦੀਆਂ ਜਿਹੜੀਆਂ ਫਟਾਫਟ ਚੇਂਜਿਸ ਕਰਦੀਆਂ ਜਾਣ, ਠੀਕ। ਕਿਉਂਕਿ ਓਲਡ ਸਿਸਟਮ ਕੁਛ ਹੋਰ ਹੈ। ਓਲਡ ਸਿਸਟਮ ਕੀ ਕਰਦਾ ਸੀ, ਕੁਆਲਿਟੀ ਅਸ਼ੋਰੈਂਸ ਨੂੰ ਟੈਸਟਿੰਗ ਦੇ ਨਾਲ ਕਰਦਾ ਸੀ। ਅੱਜ ਕੱਲ੍ਹ ਕੁਆਲਿਟੀ ਇੰਜੀਨੀਅਰਿੰਗ ਹੋ ਸਕਦਾ, ਜਿੱਦਾਂ ਇਹਨਾਂ ਨੇ ਕਹਿੰਦੇ ਵੀ ਦ ਓਲਡ ਟੈਸਟਿੰਗ ਪਿਚ ਇਜ਼ ਬਿਲਡਿੰਗ ਅ ਸਵਿੰਗ ਟੂਵਰਡਸ ਕੁਆਲਿਟੀ ਅਸ਼ੋਰੈਂਸ ਇੰਜੀਨੀਅਰਿੰਗ ਐਂਡ ਟੈਸਟਿੰਗ ਇਜ਼ envisioned to become more iterative, progressive and will become impeccably integrated with the development। ਕਹਿਣ ਦਾ ਭਾਵ ਕੀ ਹੈ ਕਿ ਤੁਸੀਂ ਪਹਿਲਾਂ ਕੁਆਲਿਟੀ ਅਸ਼ੋਰੈਂਸ ਨੂੰ ਸਿਰਫ ਟੈਸਟਿੰਗ ਦੇ ਨਾਲ ਵੀ ਕਹਿ ਲਓ ਵੀ ਕੰਪੇਅਰ ਕਰ ਸਕਦੇ ਸੀ। ਜੋ ਆਪਾਂ ਟੈਸਟਿੰਗ ਕਰਦੇ ਜਿੱਦਾਂ ਸਿਸਟਮ ਟੈਸਟਿੰਗ, ਯੂਨਿਟ ਟੈਸਟਿੰਗ ਕਰਦੇ ਸੀ, ਉਹਨੂੰ ਤੁਸੀਂ ਕੁਆਲਿਟੀ ਦੇ ਨਾਲ ਕੰਪੇਅਰ ਕਰ ਸਕਦੇ ਸੀ। ਪਰ ਅੱਜ ਕੱਲ੍ਹ ਕੀ ਕਰ ਰਹੇ, ਉਹਨੂੰ ਇੰਜੀਨੀਅਰਿੰਗ ਕਰ ਰਹੇ ਆ, ਮਤਲਬ ਉਹਦੇ ਤੋਂ ਵੀ ਐਡਵਾਂਸ ਜਾਣ ਦੀ ਕੋਸ਼ਿਸ਼ ਕਰ ਰਹੇ, ਠੀਕ ਹੈ। ਸੋ ਉਹਦੇ ਲਈ ਤੁਹਾਡੇ ਕੋਲ ਬਹੁਤ ਜ਼ਿਆਦਾ ਚੇਂਜੇਬਲ ਟੀਮਸ ਚਾਹੀਦੀਆਂ। ਐਜਾਈਲ ਮਤਲਬ ਜਿਹੜੇ ਬਾਰ-ਬਾਰ ਚੇਂਜ ਹੁੰਦੇ ਰਹਿਣ ਛੇਤੀ। ਉਸ ਤੋਂ ਬਾਅਦ ਇੱਕ ਬਿਗ ਡਾਟਾ, ਇਹ ਤਾਂ ਲੇਟੈਸਟ ਟੌਪਿਕ ਹੈ। ਬਿਗ ਡਾਟਾ ਮਤਲਬ ਬਹੁਤ ਸਾਰਾ ਡਾਟਾ ਜਿਹਨੂੰ ਕਹਿੰਦੇ ਆਪਾਂ, ਮਤਲਬ ਇਹਦਾ ਵਰਡ ਇਹੀ ਕਹਿ ਰਿਹਾ ਵੀ ਬਹੁਤ ਸਾਰਾ ਡਾਟਾ। ਜਦੋਂ ਉਹਨੂੰ ਤੁਸੀਂ ਟੈਸਟ ਕਰਨਾ ਤੁਹਾਨੂੰ ਮੈਮਰੀ ਵੀ ਜ਼ਿਆਦਾ ਚਾਹੀਦੀ, ਪ੍ਰੋਸੈਸਿੰਗ ਪਾਵਰ ਵੀ ਜ਼ਿਆਦਾ ਚਾਹੀਦੀ, ਫਰੇਮਵਰਕਸ ਵੀ ਵਧੀਆ ਚਾਹੀਦੇ, ਠੀਕ ਹੈ। ਉਸ ਤੋਂ ਬਾਅਦ ਹੈਗਾ IoT, ਇੰਟਰਨੈਟ ਆਫ ਥਿੰਗਸ ਜਿਹਨੂੰ ਆਪਾਂ ਕਹਿੰਦੇ ਹਾਂ। ਹੁਣ ਇਹਦੇ ਵਿੱਚ ਵੀ ਕੀ ਹੈ ਕਿ ਤੁਸੀਂ ਜਿਹੜਾ ਵੀ ਪ੍ਰੋਡਕਟ ਬਣਾਉਂਦੇ ਹੋ, ਹੁਣ ਉਹ ਨਾ ਮੋਬਾਈਲਸ ਦੇ ਨਾਲ ਵੀ ਕਨੈਕਟਡ ਹੈ, ਜਾਂ ਕਹਿ ਲਓ ਕਿ ਤੁਹਾਡੇ ਜਿੱਦਾਂ ਵਾਈਫਾਈ ਦੀਆਂ ਛੋਟੇ ਡਿਵਾਈਸਿਸ ਹੈ,
ਮਤਲਬ ਬਹੁਤ ਸਾਰੇ ਇੰਟਰਨੈਟ ਦੇ ਨਾਲ ਜਿਹੜੀਆਂ ਚੀਜ਼ਾਂ ਕਮਿਊਨੀਕੇਟ ਕਰ ਸਕਦੇ, ਜਿੱਦਾਂ ਅੱਜ ਕੱਲ੍ਹ ਅਲੈਕਸਾ ਤੁਸੀਂ ਸੁਣਿਆ ਹੋਣਾ, ਜਾਂ ਕੁਛ ਉਹ ਸੌਂਗਸ ਦੇ ਲਈ ਕੁਛ ਡਿਵਾਈਸਿਸ ਆ ਰਹੀਆਂ, ਉਹ ਸਾਰੀਆਂ ਇੰਟਰਨੈਟ ਦੇ ਨਾਲ ਕਨੈਕਟਡ ਹੋ ਰਹੀਆਂ ਹੈ ਨਾ। ਸੋ ਜਿਹੜੀ ਚੀਜ਼ ਇੰਟਰਨੈਟ ਦੇ ਨਾਲ ਕਨੈਕਟਡ ਹੋ ਜਾਂਦੀ ਹੈ, ਜਾਂ ਇੰਟਰਨੈਟ ਦੇ ਥਰੂ ਜੇ ਤੁਹਾਡੇ ਕੈਮਰੇ ਘਰਾਂ 'ਚ ਲੱਗੇ ਹੁੰਦੇ ਆ, ਅਗਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੁਹਾਡੀਆਂ ਇੰਟਰਨੈਟ ਨਾਲ ਕਨੈਕਟਡ ਆ, ਸੋ ਜਿਹੜਾ ਤੁਸੀਂ ਸੌਫਟਵੇਅਰ ਬਣਾ ਰਹੇ ਹੋ ਅਗਰ ਉਹਦਾ ਇੰਟਰਨੈਟ ਦੇ ਨਾਲ ਵੀ ਕਨੈਕਸ਼ਨ ਆ, ਔਰ ਉਹ ਇਹਨਾਂ ਡਿਫਰੈਂਟ IoTs ਡਿਵਾਈਸਿਸ ਦੇ ਉੱਤੇ ਵੀ ਉਹ ਅਗਰ ਵਰਕ ਕਰਦੀ ਹੈ, ਜਾਂ ਉਹਦਾ ਕਿਸੇ ਢੰਗ ਨਾਲ ਉਹਨਾਂ ਨਾਲ ਰਿਲੇਸ਼ਨ ਹੈ, ਤੇ ਉਹ ਵੀ ਟੈਸਟਿੰਗ ਵਾਸਤੇ ਇੱਕ ਤੁਹਾਡੇ ਕੋਲ ਚੈਲੰਜ ਹੈ। ਤੁਸੀਂ IoT ਡਿਵਾਈਸਿਸ ਨੂੰ ਵੀ ਨਾਲ ਟੈਸਟ ਕਰਨਾ, ਜਿਹੜਾ ਸਿਸਟਮ ਤੁਸੀਂ ਬਣਾਇਆ ਹੋਇਆ, ਠੀਕ ਹੈ। ਉਸ ਤੋਂ ਬਾਅਦ IoT ਤੋਂ ਬਾਅਦ ਤੁਹਾਡਾ ਹੈਗਾ ਇੱਕ ਸੇਮ ਉਹੀ ਉਹਨਾਂ ਨੇ ਗੱਲ ਕੀਤੀ ਵੀ ਤੁਹਾਡੀ ਜਿਹੜੀ ਪਰਫੋਰਮੈਂਸ ਟੈਸਟਿੰਗ ਹੈ ਉਹਨੂੰ ਅੱਜ ਕੱਲ੍ਹ ਪਰਫੋਰਮੈਂਸ ਇੰਜੀਨੀਅਰਿੰਗ ਤੱਕ ਲੈ ਗਏ। ਮਤਲਬ ਇਕੱਲੇ ਉਹਨੂੰ ਟੈਸਟ ਨਹੀਂ ਕਰ ਰਹੇ, ਉਹਨੂੰ ਰੀ-ਇੰਜੀਨੀਅਰ ਕਰਦੇ, ਮਤਲਬ ਉਹਨੂੰ ਵਧਾਉਣਾ ਕਿੱਦਾਂ ਹੈ। ਪਹਿਲਾਂ ਤਾਂ ਬਸ ਚੈੱਕ ਕਰਦੇ ਹੁੰਦੇ ਸੀ ਵੀ ਸਹੀ ਹੈ ਜਾਂ ਗਲਤ ਹੈ, ਹੁਣ ਆਪਾਂ ਸਹੀ ਜਾਂ ਗਲਤ ਨਹੀਂ, ਅਗਰ ਸਹੀ ਹੈ ਤਾਂ ਕਿੰਨਾ ਸਹੀ ਹੈ, ਉਹਨੂੰ ਹੋਰ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ। ਸੋ ਉਹ ਇੱਕ ਪ੍ਰੋਬਲਮ ਹੈਗੀ ਹੈ। ਉਸ ਤੋਂ ਬਾਅਦ ਮੋਬਾਈਲ ਟੈਸਟਿੰਗ, ਇਹ ਇਸ ਵੇਲੇ ਲੇਟੈਸਟ ਚੱਲਦਾ ਹੈ ਵੀ ਅਗਰ ਤੁਸੀਂ ਕੋਈ ਸੌਫਟਵੇਅਰ ਬਣਾਉਂਦੇ ਹੋ ਤਾਂ ਮੋਬਾਈਲ 'ਤੇ ਐਪਲੀਕੇਸ਼ਨ ਤੁਹਾਡੀ ਚੱਲਦੀ ਜਾਂ ਨਹੀਂ ਚੱਲਦੀ। ਜਦੋਂ ਤੁਸੀਂ ਕੋਈ ਵੀ ਐਪਲੀਕੇਸ਼ਨ ਡਿਵੈਲਪ ਕਰਦੇ ਹੋ, ਨੈਕਸਟ ਕੁਐਸਚਨ ਆਉਂਦਾ ਹੈ ਤੁਹਾਡੀ ਵੈਬਸਾਈਟ ਤਾਂ ਬਹੁਤ ਵਧੀਆ, ਤੁਹਾਡੀ ਐਪਲੀਕੇਸ਼ਨ ਬਹੁਤ ਵਧੀਆ, ਪਰ ਕੀ ਇਹ ਮੋਬਾਈਲ 'ਤੇ ਵੀ ਚੱਲੂਗੀ। ਸੋ ਮੋਬਾਈਲ ਟੈਸਟਿੰਗ ਇੱਕ ਅਲੱਗ ਇਸ਼ੂ ਹੈ, ਕਿਉਂਕਿ ਉਹ 'ਚ ਰੈਮ ਅਲੱਗ ਹੁੰਦੀ ਹੈ, ਸਕਰੀਨ ਦਾ ਸਾਈਜ਼ ਅਲੱਗ ਹੁੰਦਾ ਹੈ, ਪ੍ਰੋਸੈਸਰ ਤਾਂ ਚਲੋ ਅੱਜ ਕੱਲ੍ਹ ਉਹ 'ਚ ਵੀ ਵਧੀਆ ਵਧੀਆ ਆਉਣ ਲੱਗ ਪਏ, ਬਟ ਫਿਰ ਵੀ ਉਹ ਇੱਕ ਅਲੱਗ ਇਸ਼ੂ ਹੈ ਵੀ ਤੁਸੀਂ ਸੌਫਟਵੇਅਰ ਬਣਾਇਆ ਉਹ ਮੋਬਾਈਲ 'ਤੇ ਕਿਸ ਤਰ੍ਹਾਂ ਕੰਮ ਕਰੂਗਾ। ਉਸ ਤੋਂ ਬਾਅਦ ਹੌਲੀ ਹੌਲੀ ਕੀ ਇੱਕ ਮਾਰਕੀਟ 'ਚ ਟਰੈਂਡ ਕੀ ਹੈ ਕਿ ਕੁਆਲਿਟੀ ਐਸ਼ੋਰੈਂਸ ਦੇ ਜਿਹੜੇ ਡਿਵੈਲਪਰ ਹੈ ਇਹਨਾਂ ਨੂੰ ਕੰਬਾਈਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਕਹਿ ਲਓ ਵੀ ਇਹ ਸੇਮ ਰੋਲ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਡਿਵੈਲਪਰ ਅਤੇ ਕੁਆਲਿਟੀ ਐਸ਼ੋਰੈਂਸ ਜਿਹੜੇ ਟੈਸਟਰ ਹੈ ਉਹ ਸੇਮ ਹੀ ਹੋ ਜਾਣ, ਮਤਲਬ ਸੇਮ ਹੀ ਬੰਦੇ ਹੋ ਜਾਣ। ਸੋ ਇਹ ਇੱਕ ਅਲੱਗ ਤੋਂ ਚੈਲੰਜ ਹੈਗਾ ਟੈਸਟਿੰਗ ਦੇ ਵਾਸਤੇ। ਉਸ ਤੋਂ ਬਾਅਦ ਜਿੱਦਾਂ ਮੋਬਾਈਲ ਟੈਸਟਿੰਗ ਇੱਕ ਅਲੱਗ ਇਸ਼ੂ, ਇੱਕ ਹਾਰਡਵੇਅਰ ਹੈ, ਠੀਕ ਹੈ। ਮਤਲਬ ਤੁਸੀਂ ਇੱਕ ਸੌਫਟਵੇਅਰ ਬਣਾਤਾ, ਉਹ ਕਿਸੇ ਹਾਰਡਵੇਅਰ 'ਤੇ ਕਿੱਦਾਂ ਕੰਮ ਕਰਦਾ, ਦੂਸਰੇ ਹਾਰਡਵੇਅਰ 'ਤੇ ਕਿੱਦਾਂ ਕੰਮ ਕਰਦਾ, ਹਰ ਹਾਰਡਵੇਅਰ ਨੂੰ ਅਗਰ ਤੁਸੀਂ ਚੈੱਕ ਕਰਨਾ ਤਾਂ ਉਹ ਵੀ ਇੱਕ ਅਲੱਗ ਚੈਲੰਜ ਹੈ ਟੈਸਟਿੰਗ ਦੇ ਵਿੱਚ, ਠੀਕ ਹੈ। ਅਤੇ ਲਾਸਟ ਜਿਹੜਾ ਚੈਲੰਜ ਹੈ ਉਹ ਹੈਗਾ ਬਜਟ। ਬਜਟ ਜਿਹੜਾ ਤੁਹਾਡਾ ਹਮੇਸ਼ਾ ਗਰੋ ਕਰਦਾ ਹੀ ਜਾਂਦਾ ਹੈ, ਕਿਉਂਕਿ ਜਿੰਨੇ ਆਪਾਂ ਇਹ ਚੈਲੰਜ ਦੱਸਦੇ ਵੀ ਅਗਰ ਕਿਸੇ ਨੇ ਸਿੰਪਲ ਟੈਸਟਿੰਗ ਕਰਾਉਣੀ ਹੁੰਦੀ ਤਾਂ ਉਹਦਾ ਬਜਟ ਅਲੱਗ ਹੋਣਾ ਸੀ। ਹੁਣ ਅਗਰ ਉਹਨੇ IoT ਦੇ ਬੇਸ 'ਤੇ ਵੀ ਕਰਾਉਣੀ ਹੈ, ਬਿਗ ਡਾਟਾ ਦੇ ਬੇਸ 'ਤੇ ਵੀ ਕਰਾਉਣੀ ਹੈ, ਮੋਬਾਈਲ ਟੈਸਟਿੰਗ ਵੀ ਵਿੱਚ ਹੀ ਕਰਾਉਣੀ ਹੈ, ਤਾਂ ਉਹਦੇ ਬੇਸਿਸ ਤੁਹਾਡਾ ਜਿਹੜਾ IT ਬਜਟ ਹੈ ਉਹ ਵੀ ਇਨਕਰੀਜ਼ ਹੁੰਦਾ ਜਾਂਦਾ ਹੈ। ਸੋ ਇਹ ਸੀਗਾ ਤੁਹਾਡੇ ਜਨਰਲ ਟ੍ਰੈਂਡਸ ਇਨ ਟੈਸਟਿੰਗ।